ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਨ ਨ ਜਾਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਭਿਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਭਿਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ ਸਤ ਸੰਗਤ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰ ਰਹੇ ਅਤੀ ਸਤਿਕਾਰਯੋਗ ਗੁਰੂ ਸਵਾਰੇ ਸਤ ਸੰਗੀ ਜਨੋ, ਆਓ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਗੁਰੂ ਪਿਆਰ ਵਾਲੇ ਰਾਗੀ ਸਿੰਘਾਂ ਦੇ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤੇ ਨੇ। ਨਿਤਾ ਪ੍ਰਤੀ ਦੀ ਤਰ੍ਹਾਂ 10ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਜੀਵਨ ਦੀਆਂ ਮੌਲਿਕ ਵਿਚਾਰਾਂ ਦੇ ਰਾਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ। ਆਓ ਵਿਚਾਰਾਂ ਦੀ ਰੰਗਤਾ ਤੋਂ ਪਹਿਲਾਂ ਸਾਰੇ ਜਣੇ ਮਿਲ ਕੇ ਇੱਕ ਰਸ ਗੁਰੂ ਚਰਨਾਂ ਦੇ ਵਿੱਚ ਫਤਿਹ ਦੇ ਦੁਆਰਾ ਹਾਜ਼ਰੀ ਲਵਾਈਏ। ਸਾਰੇ ਜਣੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ। ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਪਿਛਲੇ ਕਈ ਦਿਨਾਂ ਤੋਂ ਆਪਾਂ ਵਿਚਾਰਦੇ ਆ ਰਹੇ ਹਾਂ। ਜਿਸ ਦਿਨ ਸਤਿਗੁਰਾਂ ਨੇ ਮੈਂ ਰਹਿਮਤ ਕੀਤੀ, ਖਾਲਸਾ ਪ੍ਰਗਟ ਕਰ ਦਿੱਤਾ ਤੇ ਖਾਲਸੇ ਦੀਆਂ ਰਹਿਤਾਂ ਬਹਿਤਾਂ ਕੁਰਹਿਤਾਂ ਜਿਹੜੀਆਂ ਸਨ ਉਹ ਸਾਰੀਆਂ ਸਮਝਾਈਆਂ
ਹੋਰ ਵੀ ਬਾਹਰੋਂ ਅੰਦਰੋਂ ਕਈ ਜਿਹੜੇ ਸਨ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਏ, ਪਰ ਜਦੋਂ ਗੁਰੂ ਦੀ ਮਰਿਆਦਾ ਦੇ ਵਿੱਚ ਨਾ ਆਏ ਤੇ ਸਤਿਗੁਰਾਂ ਨੇ ਉਹਨਾਂ ਦੇ ਵਾਸਤੇ ਅੰਮ੍ਰਿਤ ਜਿਹੜਾ ਸੀ ਉਹਨਾਂ ਨੂੰ ਮਨਾ ਕਰ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਬੇਅੰਤ ਗੁਰੂ ਕੀਆਂ ਸੰਗਤਾਂ ਨੇ ਅੰਮ੍ਰਿਤ ਪਾਨ ਕਰਕੇ ਸੱਚਮੁੱਚ ਖਾਲਸੇ ਬਣ ਕੇ ਗੁਰੂ ਚਰਨਾਂ ਦੇ ਵਿੱਚ ਆਪਣੇ ਆਪੇ ਨੂੰ ਕੁਰਬਾਨ ਕਰ ਦਿੱਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਹੜੇ ਆਪ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਕੇ ਤੇ ਜਿਹੜਾ ਸੱਚ ਦਾ ਉਪਦੇਸ਼ ਹੈ ਉਹ ਸੰਗਤਾਂ ਨੂੰ ਵਰਤਾਉਣ ਲੱਗੇ। ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਔਰੰਗਜ਼ੇਬ ਨੂੰ ਪਹੁੰਚੀਆਂ, ਹੁਣ ਔਰੰਗਜ਼ੇਬ ਜਿਹੜਾ ਸੀ ਇਹ ਲੰਬਾ ਸਮਾਂ ਪਿੱਛੇ ਵੀ ਬੇਨਤੀ ਕੀਤੀ ਸੀ, ਇਹ ਕਾਬਲ ਦੇ ਵਿੱਚ ਬੜਾ ਲੰਬਾ ਸਮਾਂ ਫਸਿਆ ਰਿਹਾ। ਉਧਰ ਦਾ ਜਿਹੜਾ ਇਤਿਹਾਸ ਹੈ ਬਹੁਤਾ ਸਾਨੂੰ ਨਹੀਂ ਮਿਲਦਾ ਵੀ ਮਾੜੇ ਬੰਦੇ ਨੇ ਜਿੱਥੇ ਜਾਣਾ ਮਾੜੇ ਕਰਮ ਹੀ ਕਰਨੇ ਨੇ, ਤੇ ਉਸੇ ਤਰ੍ਹਾਂ ਦੇ ਕਰਮ ਕਾਬਲ ਦੀ ਧਰਤੀ ਦੇ ਉੱਤੇ ਲੰਬਾ ਸਮਾਂ ਕਮਾ ਕੇ ਇਹ ਵਾਪਸ ਪਰਤਿਆ। ਇਹਨੂੰ ਆਉਂਦੇ ਨੂੰ ਇੱਕ ਖਬਰ ਇਹ ਮਿਲਦੀ ਹੈ ਕਿ ਜਿੱਥੇ ਤੁਹਾਡੀਆਂ ਵਾਰ-ਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਚਿੱਠੀਆਂ ਪਹੁੰਚ ਰਹੀਆਂ ਹੈ, ਤੁਹਾਡੀਆਂ ਚਿੱਠੀਆਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਇੱਕ ਵੱਖਰੀ ਫੌਜ ਖਾਲਸਾ ਫੌਜ ਤਿਆਰ ਕਰ ਲਈ ਹੈ। ਬੇਅੰਤ ਯੋਧੇ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਆ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸੱਜ ਕੇ ਆਪਣੇ ਸੀਸ ਗੁਰੂ ਸਾਹਿਬ ਦੇ ਚਰਨਾਂ ਤੋਂ ਵਾਰ ਦਿੱਤੇ ਨੇ, ਉਹਨਾਂ ਨੇ ਇੱਕ ਬਹੁਤ ਵੱਡੀ ਫੌਜ ਤਿਆਰ ਕਰ ਲਈ ਹੈ। ਔਰੰਗਜ਼ੇਬ ਪਹਿਲਾਂ ਹੀ ਉਧਰੋਂ ਤਪਿਆ ਆਇਆ ਹੈ। ਇਹਨੇ ਆਉਂਦਿਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਇੱਕ ਬੜੇ ਕਰੜੇ ਬੋਲਾਂ ਦੇ ਵਿੱਚ ਫਿਰ ਚਿੱਠੀ ਲਿਖਦਾ ਹੈ ਕਿ ਆਪਣੀਆਂ ਫੌਜਾਂ ਜਿਹੜੀਆਂ ਤੂੰ ਬਣਾਈਆਂ ਨੇ ਉਹਨਾਂ ਫੌਜਾਂ ਨੂੰ ਤਿਆਗ ਦੇ। ਜਿਸ ਤਰ੍ਹਾਂ ਪਿਛਲੇ ਗੁਰੂ ਸਾਹਿਬਾਨ ਉਸ ਰੱਬ ਦੀ ਬੰਦਗੀ ਕਰਕੇ ਆਪਣਾ ਜੀਵਨ ਬਤੀਤ ਕਰਦੇ ਆ ਰਹੇ ਨੇ, ਤੁਸੀਂ ਉਸੇ ਤਰ੍ਹਾਂ ਸਾਧੂ ਸੰਤ ਮਹਾਤਮਾ ਬਣ ਕੇ ਰੱਬ ਜੀ ਦਾ ਨਾਮ ਜਪੋ, ਸਾਨੂੰ ਕੋਈ ਤਕਲੀਫ ਨਹੀਂ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਹੁਣ ਖਾਲਸੇ ਨੂੰ ਵੀ ਇੱਕ ਵੱਖਰਾ ਰੂਪ ਦੇ ਚੁੱਕੇ ਨੇ, ਸਤਿਗੁਰਾਂ ਨੇ ਇਹਦੀ ਭੇਜੀ ਹੋਈ ਹੈ ਚਿੱਠੀ ਦਾ ਕੋਈ ਜ਼ਿਆਦਾ ਜ਼ਿਕਰ ਨਹੀਂ ਕੀਤਾ, ਇਹਦਾ ਕੋਈ ਜਵਾਬ ਨਾ ਭੇਜਿਆ। ਇਹ ਆਪਣੇ ਕੋਲੋਂ ਹੁਣ ਵੱਖਰੇ ਵੱਖਰੇ ਯੋਧੇ ਭੇਜਣ ਲੱਗਿਆ ਔਰੰਗਜ਼ੇਬ। ਪਹਿਲਾਂ ਤੇ ਛੋਟੇ ਛੋਟੇ ਸੂਬੇਦਾਰਾਂ ਦੀਆਂ ਡਿਊਟੀਆਂ ਲਗਾ ਰਿਹਾ ਸੀ, ਕਦੇ ਜੰਮੂ ਵਾਲੇ ਨੂੰ ਪੰਜਾਬ ਦਾ ਗਵਰਨਰ ਬਣਾਤਾ, ਕਦੇ ਦਿਲਾਵਰ ਨੂੰ ਭੇਜ ਦਿੱਤਾ, ਕਦੇ ਉਹਦੇ ਪੁੱਤਰ ਨੂੰ ਭੇਜ ਦਿੱਤਾ। ਹੁਣ ਇਹ ਆਪਣੇ ਕੋਲੋਂ ਯੋਧੇ ਭੇਜਣ ਲੱਗਿਆ। ਇਹਨੇ ਸਭ ਤੋਂ ਪਹਿਲਾਂ ਪਹਿੰਦੇ ਖਾਨ ਨੂੰ ਭੇਜਿਆ, ਜਿਹੜਾ ਇਹਦੀ ਪੂਰੀ ਫੌਜ ਦੇ ਵਿੱਚੋਂ ਚੋੜਮਾ ਸੂਰਮਾ ਉਸ ਵੇਲੇ ਦਾ ਕਿਹਾ ਜਾਂਦਾ ਹੈ। ਇਹ ਨਿਰਦਈ ਵੀ ਬੜਾ ਸੀ ਤੇ ਬਹੁਬਲ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਚੜਾਇਆ, ਇਹਨੇ ਵੱਡੀ ਫੌਜ ਦਿੱਤੀ ਤੇ ਅਨੰਦਪੁਰ ਸਾਹਿਬ ਦੇ ਉੱਤੇ ਆ ਕੇ ਇਹਨੇ ਹਮਲਾ ਕਰਨਾ ਹੈ। ਇੱਕ ਬੇਨਤੀ ਕਰਾਂ ਪਹਿਲਾਂ, ਸਤਿਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ 14 ਜੰਗਾਂ ਲੜੀਆਂ ਨੇ ਤੇ 14 ਦੀਆਂ 14 ਜੰਗਾਂ ਜਿਹੜੀਆਂ ਉਹ ਜਿੱਤੀਆਂ। 3 ਜੰਗਾਂ ਜਿਹੜੀਆਂ ਨੇ, ਪਹਿਲੀ ਜਿਸ ਤਰ੍ਹਾਂ ਭੰਗਾਣੀ ਦਾ ਜੰਗ ਹੈ, ਉਸ ਤੋਂ ਬਾਅਦ ਦੇ ਵਿੱਚ ਨਦੌਣ ਦਾ, ਉਸ ਤੋਂ ਬਾਅਦ ਦੇ ਵਿੱਚ ਹੁਸੈਨ ਦਾ, ਤੇ 6 ਜੰਗਾਂ ਜਿਹੜੀਆਂ ਨੇ ਉਹ ਆਨੰਦਪੁਰ ਸਾਹਿਬ ਦੀਆਂ ਨੇ। 9 ਜੰਗਾਂ ਜਿਹੜੀਆਂ ਨੇ ਇਹ ਅੰਮ੍ਰਿਤ ਪਾਨ ਕਰਨ ਤੋਂ ਪਹਿਲਾਂ ਹੋ ਚੁੱਕੀਆਂ। 5 ਜੰਗਾਂ ਜਿਹੜੀਆਂ ਨੇ ਇਹ ਅੰਮ੍ਰਿਤ ਪਾਨ ਕਰਾਉਣ ਤੋਂ ਭਾਵ 1699 ਤੋਂ ਬਾਅਦ ਦੇ ਵਿੱਚ 5 ਜੰਗਾਂ ਹੋਈਆਂ ਨੇ। ਉਹਨਾਂ ਦੋਨਾਂ ਦਾ ਅੱਜ ਆਪਾਂ ਜ਼ਿਕਰ ਕਰਨਾ ਹੈ। ਇਹਨਾਂ ਦੇ ਵਿੱਚੋਂ ਜਿਹੜੀ ਇੱਕ ਜੰਗ ਹੈ ਉਹ ਨਿਰਮੋਹਗੜ੍ਹ ਦੀ ਹੈ, ਇੱਕ ਜੰਗ ਜਿਹੜੀ ਹੈ ਵਿਸਾਲੀ ਦੀ ਹੈ, ਤੀਜੀ ਜੰਗ ਜਿਹੜੀ ਹੈ ਉਹ ਸਰਸਾ ਦੀ ਹੈ,
चौथी जंग जिहड़ी है चमकौर गढ़ी दी है, ते पंजवीं जंग जिहड़ी है मुक्तसर साहिब दी है, अखीर वाली जंग जिहड़ी है। तीन जंगां फिर बेनती करा, तीन जंगां जिहड़ियां ने वो आनंदपुर साहिब तो बाहर लड़ियां गईयां अंम੍ਰਿਤਪਾਨ करन तो पहला। 6 जंगां जिहड़ियां ने ਅੰਮ੍ਰਿਤਪਾਨ करन तो पहला आनंदपुर साहिब दे विच हो चुकियां ने। 5 जंगां जिहड़ियां वो ਅੰਮ੍ਰਿਤਪਾਨ कराउण तो बाद दे विच होईयां। जिहड़ी ਅੰਮ੍ਰਿਤਪਾਨ करन तो पहली जंग जिहड़ी है बाद विच होई है, वो पहली जंग जिहड़ी सी वो पैंदे खां नूं भेजिया वड्डियां फौजां दे के औरंगजेब ने। ये जदों मैदानी जंग दे विच सूरमे नितरे, एक दिन की जंग होई, अगले दिन की जंग आरंभ होनी है। पैंदे खां मैदानी जंग दे विच आके धन गुरु गोबिंद सिंह साहिब महाराज जी नूं ललकारदा है कि तेरे वाले पासियों भी बहुत नुकसान होया होवेगा, मेरा भी बहुत नुकसान होया है, असी क्यों मावां दे पुੱਤ मरवा रहे हैं। असी दोनों मैदानी जंग दे विच उतर के अज मैदानी जंग का फैसला हो जाएगा। हुण जिहड़ा हुण जंग होण लगे ने, ये जंगां दी रवानगी वखरी है। सतगुरां ने किरपा कीती, 5 प्यारे सहबान जिहड़े ने वो मैदानी जंग दे विच शामिल ने। अज जदों जंग की आरंभता होण लगी है, सतगुरां ने 5 प्यारियां दे कोलों आग्या लई है भी पैंदे खां जिहड़ा वो ललकार रहा है, मैं मैदानी जंग दे विच उतरना है, पर 5 प्यारियां दे कोलों आग्या लैनी बड़ी जरूरी है। 5 प्यारे सहबानां ने नंगारे दे उत्ते चोटां मार के इस गल की हामी भर दित्ती कि धन गुरु गोबिंद सिंह महाराज जी तुसीं आप मैदानी जंग दे विच अज नितर के जंग का फैसला कर दिओ। धन गुरु गोबिंद सिंह महाराज जी कीती रहमत। पैंदे खां जिहड़ा सतगुरां नूं आके ललकार रहा है, सतगुरां ने किरपा कीती, पैंदे खां नूं कहा, पैंदे खां तेरे कोल अज पहला समा जिहड़ा वो तेरे कोल है, भाव पहला वार तू कर लै। वो कहता नहीं गोबिंद सिंह वार तू कर। सतगुरां ने कहा तेरे कोल समा ही, किते ये ना होवे मैं वार कर दिता ते तेरा वार करन दी ख्वाहिश जिहड़ी है किते मन दे विच ना रह जाए, पहला वार कर लै। पैंदे खां ने धन गुरु गोबिंद सिंह महाराज जी दे उत्ते बड़ा जबरदस्त वार कीता है। फिर बेनती करा, ये औरंगजेब जदों आके सारे हालात देखदा है ते इन्हें सब तो चोटी का सूरमा जिहड़ा वो भेजिया धन गुरु गोबिंद सिंह महाराज जी उत्ते वड्डियां फौजां चढ़ा के। इन्हें बड़ा जबरदस्त वार किया, पर धन गुरु गोबिंद सिंह साहिब महाराज जी अपनी किरपान दे नाल इसने तीर दा वार रोक के तीर दे 2 टोटे करके धरती दे उत्ते सुट दिता। हुण सतगुरां ने किरपा रहमत बख्शिश कीती है, ये पूरा लोहे दे नाल इहदा शरीर जिहड़ा जकड़िया होया, कोई जगह ही नहीं तीर वजना कित्थे है। पर धन गुरु गोबिंद सिंह महाराज जी उन्हां दे हत्थ दे विच कमान होवे ते तीर छड्डण, वो तां कई अब जिक्र आना है जे पिछे आपां कीता नहीं, वो विचार वखरी छड्ड आए आ। ये ते गुरु दे सिंह ऐसे ने जिहड़े हाथी दे मत्थे दे उत्ते बन्ने होए कई लोहे दे तवे जिहड़े सन, गुरु दे सिखां ने उहदे विचों नागणियां नंगा के हाथी दे सिर दे विच जाके नागणी मार दित्ती सी। ये ते अज गुरु गोबिंद सिंह महाराज जी ने वो अपने आप नूं शरीर नूं सारे नूं लोहे दे विच जकड़ के कहंदा मेरे शरीर दे विच तीर नहीं वज सकदा। एक तो गुरु गोबिंद सिंह साहिब महाराज जी के सामने है ते दूजा हंकार बोलदा है। जदों कोई भी मनुख भावें सिख भी क्यों ना होवे, जदों हंकार दे विच गरसिया जांदा है ना, उदों समझ लेना उहदा अंत आ। यह हंकार दे विच गरसिया होया अपने सूरमियां दे वल झात मार के कहंदा गोबिंद सिंह नूं पुछो मेरे तीर मारेगा किथे। धन गुरु गोबिंद सिंह महाराज जी ने किरपा की, अकाल पुरख नूं कीता याद
ਤੇ ਬਚਨ ਕੀਤੇ, ਪਾਤਸ਼ਾਹ ਅੱਜ ਮੇਰੇ ਸਾਹਮਣੇ ਕਿਸੇ ਦਾ ਹੰਕਾਰ ਹੈ ਤੇ ਉਹਦਾ ਹੰਕਾਰ ਵੀ ਖਤਮ ਕਰਨਾ ਹੈ, ਤੇ ਉਹਨੇ ਆਪ ਮੈਦਾਨੇ ਜੰਗ ਦੇ ਵਿੱਚ ਲਲਕਾਰਿਆ। ਇਸ ਤਰ੍ਹਾਂ ਅਕਾਲ ਪੁਰਖ ਰੱਬ ਜੀ ਦੇ ਕੋਲੋਂ ਲੈ ਕੇ ਆ ਗਿਆ। ਸਤਿਗੁਰਾਂ ਨੇ ਚਾੜ ਕੇ ਤੰਦੀ ਦੇ ਉੱਤੇ ਤੀਰ ਇੰਨੇ ਜ਼ਬਰਦਸਤ, ਇੰਨੇ ਜ਼ੋਰ ਦੇ ਨਾਲ ਛੱਡਿਆ, ਇਹਦੇ ਕੰਨਾਂ ਦੇ ਵਿੱਚੋਂ ਦੀ ਪਾੜ ਕੇ ਤੀਰ ਦੋਨੇ ਪਾਸੇ ਲੰਘ ਗਿਆ। ਪੈਂਦੇ ਖਾਂ ਜਿਹੜਾ ਸੀ ਭੁੜਕ ਕੇ ਧਰਤੀ ਦੇ ਉੱਤੇ ਪਿਆ, ਪਾਪੀ ਨਰਕ ਸਿਧਾਰ ਗਿਆ। ਬਾਕੀ ਦੀਆਂ ਫੌਜਾਂ ਜਿਹੜੀਆਂ ਸੀ ਉਹ ਭੱਜ ਗਈਆਂ। ਸਤਿਗੁਰਾਂ ਦੀ ਇਸ ਮੈਦਾਨੇ ਜੰਗ ਦੇ ਵਿੱਚੋਂ ਜਿੱਤ ਹੋਈ ਹੈ। ਫਿਰ ਬੇਨਤੀ ਕਰਾਂ, ਅੰਮ੍ਰਿਤਪਾਨ ਕਰਨ ਤੋਂ ਬਾਅਦ ਦੇ ਵਿੱਚ ਇਹ ਪਹਿਲੀ ਜੰਗ ਹੈ। ਹੁਣ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗਿਆ। ਬਾਕੀ ਫੌਜਾਂ ਜਿਹੜੀਆਂ ਜਾ ਕੇ ਦੱਸਿਆ, ਸਾਰਾ ਕੁਝ ਵੱਡੀ ਗਿਣਤੀ ਦੇ ਵਿੱਚ ਫੌਜਾਂ ਵੀ ਮਾਰੀਆਂ ਗਈਆਂ। ਪਹਿਲੇ ਖਾਂ ਜਿਹੜਾ ਯੋਧਾ ਬਣ ਕੇ ਗਿਆ ਸੀ, ਉਹ ਵੀ ਸਤਿਗੁਰਾਂ ਦੇ ਇੱਕੋ ਤੀਰ ਦੇ ਨਾਲ ਮੌਤ ਦੇ ਘਾਟ ਉਹਨਾਂ ਨੇ ਉਤਾਰ ਦਿੱਤਾ। ਔਰੰਗਜ਼ੇਬ ਜਿਹੜਾ ਸੀ ਇਹ ਹੋਰ ਕ੍ਰੋਧ ਦੇ ਨਾਲ ਭਰ ਗਿਆ। ਇਹਨੇ ਆਪਣੇ ਕੀਤੇ ਸਾਰੇ ਅਮੀਰ ਵਜ਼ੀਰ ਇਕੱਠੇ, ਉਹਨਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਬੁਲਾਈ ਤੇ ਆਪਣੀ ਕਚਹਿਰੀ ਦੇ ਵਿੱਚ ਬੈਠਾ ਹੋਇਆ ਸਿਰ ਨੀਵਾਂ ਕਰਕੇ ਏਦਾਂ ਉਹਨਾਂ ਦੇ ਵਿੱਚੋਂ ਦੀ ਆਪਣੇ ਸੂਰਮਿਆਂ ਦੇ ਵਿੱਚ ਤੁਰਿਆ ਫਿਰਦਾ ਤੇ ਨਾਲ ਵਿਚਾਰਾਂ ਕਰਦਾ। ਉਹਨਾਂ ਦੇ ਨਾਲ ਕਹਿੰਦਾ, ਉਹ ਮੈਂ ਭਾਰਤ ਦਾ ਬਾਦਸ਼ਾਹ ਹੋਵਾਂ, ਪੂਰੇ ਭਾਰਤ ਦੇ ਵਿੱਚ ਮੇਰਾ ਰਾਜ ਚੱਲਦਾ ਹੋਵੇ, ਬੇਅੰਤ ਫੌਜਾਂ ਮੇਰੇ ਕੋਲ ਹੋਣ, ਇੱਕ ਛੋਟੀ ਜਿਹੀ ਅਨੰਦਪੁਰ ਸਾਹਿਬ ਦੀ ਟੁਕਰੀ ਨਹੀਂ ਮੈਂ ਜਿੱਤ ਪਾ ਰਿਹਾ। ਅੱਜ ਮੇਰਾ ਸ਼ਰਮ ਦੇ ਨਾਲ ਮੂੰਹ ਨਹੀਂ ਉੱਪਰ ਹੋ ਰਿਹਾ। ਮੇਰੇ ਕੋਲ ਇੰਨੀਆਂ ਵੱਡੀਆਂ ਫੌਜਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਤਾਂ ਉਹਨੇ ਆਪਣੀ ਭਾਸ਼ਾ ਦੇ ਵਿੱਚ ਕਿਹਾ, ਮਾਫ ਕਰਨਾ, ਉਹਨੇ ਆਪਣੀ ਭਾਸ਼ਾ ਵਿੱਚ ਕਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਤਾਂ ਉਹੀ ਨੇ, ਨਾਈ ਨੇ, ਸ਼ੀਬੇ ਨੇ, ਜੱਟ ਨੇ, ਉਹਨਾਂ ਦੇ ਕੋਲ ਵੀ ਚੰਗੇ ਕੋਈ ਹਥਿਆਰ ਨਹੀਂ। ਆਪਣੇ ਸੂਰਮਿਆਂ ਦੇ ਵੱਲ ਮੂੰਹ ਕਰਕੇ ਕਹਿੰਦਾ, ਤੁਹਾਨੂੰ ਤੇ ਮੈਂ ਚੁਣ ਚੁਣ ਕੇ ਰੱਖਿਆ ਹੋਇਆ। ਅੱਜ ਵੀ ਦੇਖੋ, ਤੁਸੀਂ ਕਦੇ ਫੌਜ ਦੀ ਭਰਤੀ ਹੁੰਦੀ ਹੈ, ਜਿਹੜਾ ਬਿਲਕੁਲ ਨਿਪੁੰਨ ਜਵਾਨ ਹੈ ਨਾ, ਉਹਨੂੰ ਭਰਤੀ ਕੀਤਾ ਜਾਂਦਾ ਹੈ। ਆਪਣੇ ਸੂਰਮੇ ਨੂੰ ਕਹਿੰਦਾ, ਮੈਂ ਤਾਂ ਤੁਹਾਨੂੰ ਚੁਣ ਚੁਣ ਕੇ ਭਰਤੀ ਕੀਤਾ ਹੋਇਆ। ਦੂਜੀ ਗੱਲ, ਮੈਂ ਤੁਹਾਨੂੰ ਤਨਖਾਹਾਂ ਦੇਣਾ, ਮੈਂ ਤੁਹਾਡੀਆਂ ਹਰ ਸੁੱਖ ਸਹੂਲਤਾਂ ਦਾ ਧਿਆਨ ਰੱਖਦਾ। ਗੁਰੂ ਗੋਬਿੰਦ ਸਿੰਘ ਉਹਨਾਂ ਨੇ ਕੋਈ ਚੁਣ ਕੇ ਨਹੀਂ ਰੱਖੇ ਹੋਏ, ਉਹਨਾਂ ਨੇ ਕਿਸੇ ਨੂੰ ਚੁਣ ਕੇ ਥੋੜਾ ਭਰਤੀ ਕੀਤਾ ਹੋਇਆ। ਪਰ ਉਹਨੂੰ ਇਹ ਗੱਲ ਦਾ ਭੁਲੇਖਾ ਹੈ ਕਿ ਜਿਹੜੀ ਚੋਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ ਹੈ ਨਾ, ਉਹ ਚੋਣ ਤਾਂ ਤੇਰੀ ਜੱਦੀ ਪੁਸ਼ਤੀ ਦੇ ਵਿੱਚ ਵੀ ਨਾ ਕਿਸੇ ਨੇ ਕੀਤੀ, ਨਾ ਕੋਈ ਕਰ ਸਕਦਾ ਹੈ। ਜਿਹੜੀ ਚੋਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ ਹੈ। ਔਰੰਗਜ਼ੇਬ ਨੇ ਮੰਨਿਆ ਕਿ ਚਲੋ ਸੂਰਮੇ ਚੁਣ ਚੁਣ ਕੇ ਰੱਖੇ ਹੋਣਗੇ, ਪਰ ਕਿਸੇ ਦਾ ਸਿਰ ਨਹੀਂ ਲਿਆ ਹੋਣਾ ਪਹਿਲਾਂ। ਇਹ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਐਸੀ ਕਿਰਪਾ ਕਰ ਸਕਦਾ ਹੈ। ਸਤਿਗੁਰਾਂ ਨੇ ਤਾਂ ਸੂਰਮਿਆਂ ਨੂੰ ਖਾਲਸਾ ਬਣਾਉਣ ਤੋਂ ਪਹਿਲਾਂ ਆਪ ਸੀਸ ਉਹਨਾਂ ਦੇ ਧੜ ਦੇ ਨਾਲੋਂ ਅਲੱਗ ਕਰਕੇ ਦੇਖਿਆ, ਇਹਨਾਂ ਦੇ ਵਿੱਚ ਕਿੰਨੀ ਤਾਕਤ ਹੈ, ਇਹਨਾਂ ਦੇ ਵਿੱਚ ਮੇਰੇ ਨਾਲ ਕਿੰਨਾ ਕੁ ਪਿਆਰ ਹੈ, ਤੇ ਸੀਸ ਧੜ ਨੂੰ ਅਲੱਗ ਕਰਕੇ ਦੇਖਿਆ ਜਿਹੜਾ ਕੋਈ ਨਹੀਂ ਦੇਖ ਸਕਦਾ। ਉਹਨਾਂ ਨੂੰ ਸਮਝ ਨਹੀਂ ਲੱਗੀ ਇਸ ਗੱਲ ਦੀ। ਇਹ ਆਪਣੇ ਸੂਰਮਿਆਂ ਨੂੰ ਕਹਿੰਦਾ ਤੁਹਾਨੂੰ ਮੈਂ ਚੁਣ ਚੁਣ ਕੇ ਰੱਖਿਆ ਹੋਇਆ, ਤੁਹਾਡੇ ਵਿੱਚੋਂ ਕੋਈ ਐਸਾ ਯੋਧਾ ਉੱਠੇ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਨੂੰ ਜਿਉਂਦੇ ਜੀ ਜਾਂ ਉਹਨਾਂ ਦਾ ਸੀਸ ਧੜ ਦੇ ਨਾਲੋਂ ਅਲੱਗ ਕਰਕੇ ਲੈ ਕੇ ਆਵੇ। ਕਰਲਾਂਦਾ ਕਹਿੰਦਾ, ਕਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਏ ਸੀ, ਮੇਰੇ ਮਨ ਦੀ ਖੁਆਇਸ਼ ਸੀ ਇਹ ਕਿ ਗੁਰੂ ਤੇਗ ਬਹਾਦਰ ਦਾ ਸੀਸ ਧੜ ਦੇ ਨਾਲੋਂ ਅਲੱਗ ਕਰਕੇ ਮੈਂ ਦਿੱਲੀ ਦੇ ਤਖਤੇ ਉੱਤੇ ਟੰਗ ਦਿਆਂ ਤੇ ਦੁਨੀਆ ਸੰਸਾਰ ਦੇਖਣ ਵਾਲਾ ਕਹੇ ਕਿ ਔਰੰਗਜ਼ੇਬ ਜਿੰਨਾ ਵੱਡਾ ਕੋਈ ਨਹੀਂ।
ਪਰ ਮੈਂ ਉਹ ਨਹੀਂ ਕਰ ਸਕਿਆ। ਗੁਰੂ ਤੇਗ ਬਹਾਦਰ ਦਾ ਸੀਸ ਵੀ ਗੁਰੂ ਤੇਗ ਬਹਾਦਰ ਦੇ ਪਿਆਰੇ ਸਿੱਖ ਦਿੱਲੀ ਦੀ ਧਰਤੀ ਤੋਂ ਵੱਡੀਆਂ ਫੌਜਾਂ ਦੇ ਵਿੱਚੋਂ ਬਚਾ ਕੇ ਲੈ ਕੇ ਆਏ। ਧੜ ਦਾ ਵੀ ਸੰਸਕਾਰ ਗੁਰੂ ਕੇ ਪਿਆਰੇ ਸਿੱਖਾਂ ਨੇ ਕਰ ਦਿੱਤਾ। ਇਹਦੇ ਹੱਥ ਵਿੱਚ ਉਦੋਂ ਵੀ ਕੁਝ ਨਾ ਆਇਆ। ਕਹਿੰਦਾ ਮੈਂ ਇਸ ਵਾਰੀ ਕੋਈ ਗਲਤੀ ਨਹੀਂ ਕਰਨਾ ਚਾਹੁੰਦਾ, ਮੈਂ ਚਾਹੁੰਦਾ ਕੋਈ ਤੁਹਾਡੇ ਵਿੱਚੋਂ ਐਸਾ ਯੋਧਾ, ਐਸਾ ਸੂਰਮਾ ਉੱਠੇ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਿਉਂਦੇ ਜੀ ਜਾਂ ਉਹਦਾ ਧੜ ਨਾਲੋਂ ਸੀਸ ਅਲੱਗ ਕਰਕੇ ਲੈ ਕੇ ਆਵੇ, ਉਹਨੂੰ ਮੂੰਹੋਂ ਮੰਗਿਆ ਇਨਾਮ ਦਿਆਂਗਾ। ਜਾਣ ਵੇਲੇ ਉਹਨੂੰ ਮੂੰਹੋਂ ਮੰਗੀਆਂ ਫੌਜਾਂ ਦਿੱਤੀਆਂ ਜਾਣਗੀਆਂ, ਮੂੰਹੋਂ ਮੰਗੇ ਹਥਿਆਰ ਦਿੱਤੇ ਜਾਣਗੇ। ਜਿਹਦੇ ਉੱਤੇ ਔਰੰਗਜ਼ੇਬ ਦੀ ਅੱਖ ਸੀ ਤੇ ਬੜਾ ਮਾਣ ਸੀ ਇਹਨੂੰ, ਉਹ ਹੈ ਸੈਦ ਖਾਂ। ਸੈਦ ਖਾਂ ਬਹੁਤ ਵੱਡਾ ਯੋਧਾ ਹੋਇਆ। ਇਹਨੇ ਕਈ ਇਲਾਕੇ ਜਿੱਤੇ ਨੇ ਔਰੰਗਜ਼ੇਬ ਦੇ ਕਹਿਣ ਤੇ। ਹੁਣ ਪਹਿਲੇ ਖਾਂ ਤੋਂ ਬਾਅਦ ਇਹਦੇ ਕੋਲ ਜਿਹੜਾ ਸਭ ਤੋਂ ਵੱਡਾ ਯੋਧਾ ਸੂਰਮਾ ਨਾ, ਉਹ ਸੈਦ ਖਾਂ ਹੈ। ਔਰੰਗਜ਼ੇਬ ਦੀ ਅੱਖ ਦੇ ਵਿੱਚ ਉਹ ਸੀ ਤੇ ਇਹ ਪਹਿਲਾਂ ਹੀ ਉੱਠ ਕੇ ਖਲੋ ਗਿਆ। ਕਹਿੰਦਾ ਇਹਨੇ ਉੱਠ ਕੇ ਪਾਣ ਦਾ ਬੀੜਾ ਮੂੰਹ ਦੇ ਵਿੱਚ ਪਾਇਆ ਤੇ ਇਹਨੇ ਸ਼ਮਸ਼ੀਰ ਨੂੰ ਚੁੰਮਿਆ ਤੇ ਔਰੰਗਜ਼ੇਬ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾਂ ਜਿਉਂਦੇ ਜੀ ਜਾਂ ਉਹਨਾਂ ਦਾ ਸੀਸ ਧੜ ਦੇ ਨਾਲੋਂ ਅਲੱਗ ਕਰਕੇ ਆਵਾਂਗਾ ਤੇਰੇ ਕੋਲ, ਨਹੀਂ ਤੇ ਤੇਰੇ ਕੋਲ ਨਹੀਂ ਆਵਾਂਗਾ। ਤੈਨੂੰ ਆਪਣਾ ਮੂੰਹ ਨਹੀਂ ਦਿਖਾਵਾਂਗਾ, ਸ਼ਕਲ ਨਹੀਂ ਦਿਖਾਵਾਂਗਾ ਤੈਨੂੰ। ਔਰੰਗਜ਼ੇਬ ਨੇ ਇਹਨੂੰ ਭਾਰੀ ਗਿਣਤੀ ਦੇ ਵਿੱਚ ਫੌਜਾਂ ਦਿੱਤੀਆਂ, ਭਾਰੀ ਗਿਣਤੀ ਵਿੱਚ ਇੱਕ ਤੋਂ ਇੱਕ ਹਥਿਆਰ ਦਿੱਤਾ। ਇਹ ਵੱਡੀ ਗਿਣਤੀ ਦੇ ਵਿੱਚ ਫੌਜਾਂ ਲੈ ਕੇ ਅਨੰਦਪੁਰ ਸਾਹਿਬ ਤੇ ਚੜ੍ਹਾਈ ਕਰਨ ਲੱਗਿਆ। ਇੱਕ ਹੋਰ ਬੇਨਤੀ ਕਰਦੇ ਆ, ਪਿਛਲੇ ਸਮੇਂ ਵਿੱਚ ਆਪਾਂ ਵਿਚਾਰਿਆ ਵੀ ਹੈ, ਇਹ ਜਿਹੜਾ ਸੈਦ ਖਾਂ ਹੈ ਨਾ, ਇਹਨੂੰ ਭੇਜਣ ਦਾ ਮਕਸਦ ਇਹ ਸੀ ਕਿ ਇੱਕ ਤੇ ਇਹ ਨਿਰਦਈ ਬੜਾ ਪਾਪ ਕਰਨ ਲੱਗਿਆ, ਇਹ ਘਬਰਾਉਂਦਾ ਨਹੀਂ ਸੀ। ਕਿੰਨੇ ਵੀ ਮਨੁੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਪਵੇ, ਇਹ ਕਦੇ ਝਿਜਕਦਾ ਨਹੀਂ ਸੀ। ਦੂਜੀ ਗੱਲ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਉਸ ਵੇਲੇ ਦੇ ਮੁਸਲਮਾਨ ਵੀਰ ਜਿਹੜੇ ਨੇ, ਉਹ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਆ ਕੇ ਸਤਿਗੁਰਾਂ ਦੇ ਨਾਲ, ਗੁਰੂ ਦੇ ਸਿੱਖਾਂ ਨਾਲ ਮੋਢਾ ਲਾ ਕੇ ਮੈਦਾਨੇ ਜੰਗ ਵਿੱਚ ਨਿੱਤਰਦੇ ਨੇ। ਇਹਨੂੰ ਇਹ ਸੀ ਕਿ ਜਿਹੜਾ ਸੈਦ ਖਾਂ ਹੈ ਪੀਰ ਬੁੱਧੂ ਸ਼ਾਹ ਦਾ ਇਹ ਸਾਲਾ ਹੈ, ਬੀਬੀ ਨਸੀਰਾਂ ਦਾ ਇਹ ਸਕਾ ਭਰਾ ਹੈ। ਇੱਕ ਤਾਂ ਪੀਰ ਬੁੱਧੂ ਸ਼ਾਹ ਜਿਹੜਾ, ਉਹਦਾ ਪਰਿਵਾਰ, ਉਹਦੇ ਮੁਰੀਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ ਨਹੀਂ ਕਰਨਗੇ ਜਦੋਂ ਕਿਤੇ ਸੈਦ ਖਾਂ ਆਪਣੀਆਂ ਫੌਜਾਂ ਲੈ ਕੇ ਗਿਆ। ਇਹ ਵੱਡੀ ਗਿਣਤੀ ਵਿੱਚ ਫੌਜਾਂ ਲੈ ਕੇ ਆਇਆ ਤੇ ਸਭ ਤੋਂ ਪਹਿਲਾਂ ਆਉਂਦਿਆਂ ਇਹ ਆਇਆ ਹੀ ਸੰਢੋਰੇ ਦੀ ਧਰਤੀ ਦੇ ਉੱਤੇ। ਕਹਿੰਦਾ ਮੈਂ ਆਪਣੀ ਭੈਣ ਨੂੰ ਦੱਸਦਾ ਜਾਵਾਂ ਕਿ ਜਿਹੜੇ ਗੁਰੂ ਦੀ ਤੂੰ ਬੰਦਗੀ ਕਰਦੀ ਹੈ ਨਾ, ਅੱਜ ਮੈਂ ਉਹ ਗੁਰੂ ਦਾ ਸੀਸ ਲੈਣ ਵਾਸਤੇ ਚੱਲਿਆ। ਇਹ ਆਇਆ ਸੰਢੋਰੇ ਦੀ ਧਰਤੀ ਤੇ, ਇਹਨੇ ਆਪਣੇ ਭੈਣ ਦੇ ਘਰ ਦਾ ਦਰਵਾਜ਼ਾ ਖੜਕਾਇਆ। ਬੀਬੀ ਨਸੀਰਾਂ ਦਰਵਾਜ਼ੇ ਵਿੱਚੋਂ ਬਾਹਰ ਆਈ। ਇਤਿਹਾਸ ਕਹਿੰਦਾ ਹੈ ਕਿ ਉਸ ਵੇਲੇ ਆਪਣੇ ਹੱਥ ਦੇ ਵਿੱਚ ਕੋਈ ਪੋਥੀ ਫੜੀ ਹੋਈ ਹੈ, ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦਿਆਂ ਬੀਬੀ ਨਸੀਰਾਂ ਘਰ ਦੇ ਵਿੱਚੋਂ ਬਾਹਰ ਆ ਕੇ ਜਦੋਂ ਦੇਖਿਆ ਵੱਡੀ ਗਿਣਤੀ ਦੇ ਵਿੱਚ ਫੌਜਾਂ ਤੇ ਬੀਬੀ ਨਸੀਰਾਂ ਦਾ ਭਰਾ ਸੈਦ ਖਾਂ, ਜਿਹਨੇ ਆਉਂਦਿਆਂ ਸਾਰੀ ਇੱਕ ਬੋਲ ਬੋਲਿਆ, ਕਹਿਣ ਲੱਗਾ ਜਿਹੜੇ ਗੁਰੂ ਦੀ ਤੂੰ ਪੋਥੀ ਫੜ ਕੇ, ਉਹਨੇ ਆਪਣੀ ਭਾਸ਼ਾ ਵਿੱਚ ਕੁਝ ਹੋਰ ਕਿਹਾ ਹੋਵੇਗਾ, ਪਾਠ ਕਰ ਲਈਏ, ਆ ਕੁਝ ਕੁ ਸਮੇਂ ਦੇ ਵਿੱਚ ਮੈਂ ਵਾਪਸ ਆ ਰਿਹਾ, ਤੇਰੇ ਉਸ ਗੁਰੂ ਦਾ ਸੀਸ ਧੜ ਦੇ ਨਾਲੋਂ ਅਲੱਗ ਕਰਕੇ ਤੈਨੂੰ ਦਰਸ਼ਨ ਕਰਵਾਉਂਦਾ ਜਾਵਾਂਗਾ। ਜਿਹੜੇ ਗੁਰੂ ਦੇ ਚਰਨਾਂ ਵਿੱਚ ਤੂੰ ਆਪਣੇ ਪੁੱਤਰਾਂ ਨੂੰ ਵਾਰ ਦਿੱਤਾ ਹੈ, ਮੈਂ ਉਸ ਗੁਰੂ ਦਾ ਸਿਰ ਵੱਢ ਕੇ ਤੇਰੇ ਘਰ ਦੇ ਵਿੱਚੋਂ ਫਿਰ ਤੈਨੂੰ ਦਿਖਾ ਕੇ ਜਾਵਾਂਗਾ। ਦੁਨੀਆ ਵਿੱਚ ਤੁਸੀਂ ਧਿਆਨ ਮਾਰ ਕੇ ਦੇਖਿਓ, ਜਿੰਨੀ ਭੈਣ ਤੇ ਭਰਾ ਦੀ ਮਮਤਾ ਹੈ ਨਾ, ਸ਼ਾਇਦ ਹੀ ਕਿਸੇ ਦੀ ਹੋਵੇਗੀ। ਜਿੰਨੀ ਭੈਣ ਤੇ ਭਰਾ ਦੀ ਮਮਤਾ ਹੁੰਦੀ ਹੈ, ਸ਼ਾਇਦ ਹੀ ਕਿਸੇ ਦੀ ਹੋਵੇਗੀ।
ਇਹ ਇੰਨੀਆਂ ਕੁ ਗੱਲਾਂ ਕਰਕੇ ਆਪਣੇ ਨਾਲ ਆਪਣੇ ਯੋਧੇ ਲੈ ਕੇ, ਸੂਰਮੇ ਲੈ ਕੇ ਇਹ ਅਨੰਦਪੁਰ ਸਾਹਿਬ ਜੀ ਦੀ ਧਰਤੀ ਨੂੰ ਨਿਕਲ ਗਿਆ। ਹੁਣ ਬੀਬੀ ਨਸੀਰਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਦੀ ਹੈ। ਕਹਿੰਦੀ, ਪਾਤਸ਼ਾਹ ਤੁਸੀਂ ਇੰਨੀਆਂ ਰਹਿਮਤਾਂ ਕਰਨ ਵਾਲੇ ਹੋ, ਮੈਨੂੰ ਇਹ ਪੱਕਾ ਯਕੀਨ ਹੈ ਕਿ ਇਹ ਤੁਹਾਡਾ ਸਿਰ ਜਿਹੜਾ, ਸੀਸ ਜਿਹੜਾ ਧੜ ਦੇ ਨਾਲੋਂ ਅਲੱਗ ਨਹੀਂ ਕਰ ਸਕਦਾ। ਤੁਹਾਡੇ ਤੋਂ ਕਦੇ ਕੋਈ ਵੀ ਜਿੱਤ ਨਹੀਂ ਪ੍ਰਾਪਤ ਕਰ ਸਕਦਾ। ਸੈਦ ਖਾਂ ਤੇ ਕੀ ਕੋਈ ਵੀ ਜਿੱਤ ਨਹੀਂ ਪ੍ਰਾਪਤ ਕਰ ਸਕਦਾ। ਮੈਨੂੰ ਇਹ ਗੱਲ ਦਾ ਪੂਰਨ ਭਰੋਸਾ ਹੈ। ਹੁਣ ਵੇਖੋ, ਮੁਸਲਮਾਨ ਧਰਮ ਦੇ ਨਾਲ ਸੰਬੰਧ ਰੱਖਣ ਵਾਲੀ ਬੀਬੀ ਹੈ ਤੇ ਗੁਰੂ ਤੇ ਭਰੋਸਾ ਇੰਨਾ ਹੈ। ਕਾਰਨ ਪਤਾ ਕੀ ਸੀ? ਦਿਲ ਤੋਂ, ਮਨ ਤੋਂ ਪ੍ਰੀਤ ਕੀਤੀ ਹੋਈ ਹੈ ਗੁਰੂ ਦੇ ਨਾਲ, ਬਾਹਰੀ ਤੌਰ ਤੇ ਨਹੀਂ, ਮਨ ਤੋਂ ਪ੍ਰੀਤ ਹੈ। ਸਾਡੇ ਵਰਗੇ ਨਹੀਂ ਆਏ ਆਪਾਂ ਗੁਰਦੁਆਰਾ ਸਾਹਿਬ ਤੇ ਵੇਖਦੇ ਦੂਜਿਆਂ ਵੱਲ ਵੀ ਕੀ ਹੁੰਦਾ ਪਿਆ, ਪਤਾ ਹੀ ਨਹੀਂ ਹੁੰਦਾ ਵੀ ਕੀ ਹੋਇਆ, ਸ਼ਬਦ ਕਿਹੜਾ ਪੜਿਆ ਗਿਆ, ਕੀ ਹੁੰਦਾ ਪਿਆ ਸੀ। ਸਾਡੇ ਵਰਗੇ ਥੋੜੇ ਜਿਹੇ ਨਾਮ ਤਰੀਕ ਸਿੱਖ ਰਹਿ ਗਏ, ਪੱਗਾ ਬੰਨ ਕੇ ਸਿਰ ਦੇ ਉੱਤੇ ਕਾਰ ਪਾ ਕੇ ਕਹਿੰਦਾ ਸਿੱਖ ਬਣ ਗਏ। ਸਿੱਖੀ ਤੇ ਆ। ਕਹਿੰਦੀ, ਪਾਤਸ਼ਾਹ ਮੈਨੂੰ ਪੂਰਨ ਭਰੋਸਾ ਹੈ ਵੀ ਇਹ ਤੇਰੇ ਤੋਂ ਇਹ ਕਿੱਥੋਂ ਜਿੱਤ ਪ੍ਰਾਪਤ ਕਰ ਸਕਦਾ ਹੈ। ਪਰ ਪਾਤਸ਼ਾਹ ਇੱਕ ਬੇਨਤੀ ਹੈ ਤੇਰੇ ਚਰਨਾਂ ਵਿੱਚ, ਇਹਨੂੰ ਮਾਰੀ ਨਾ। ਪ੍ਰੀਤ ਹੈ ਨਾ ਭਰਾ ਦੇ ਨਾਲ। ਕਹਿੰਦੀ, ਪਾਤਸ਼ਾਹ ਇੱਕ ਬੇਨਤੀ ਹੈ ਤੇਰੇ ਚਰਨਾਂ ਵਿੱਚ, ਤੂੰ ਸਾਰੀ ਦੁਨੀਆ ਨੂੰ ਜ਼ਿੰਦਗੀ ਦੇਣ ਵਾਲਾ ਹੈ, ਚਾਹੇ ਤੇ ਤੂੰ ਇੱਕ ਛਿਣ ਦੇ ਵਿੱਚ ਖਤਮ ਕਰ ਸਕਦਾ ਹੈ। ਤੂੰ ਚਾਹੇ ਤੇ ਇੱਕ ਛਿਣ ਦੇ ਵਿੱਚ ਜ਼ਿੰਦਗੀ ਦੇ ਸਕਦਾ ਹੈ। ਤੂੰ ਇੰਨੀਆਂ ਰਹਿਮਤਾਂ ਦਾ ਮਾਲਕ ਹੈ। ਸੈਦ ਖਾਂ ਚੜ੍ਹਾਈ ਕਰਕੇ ਆਇਆ, ਪਾਤਸ਼ਾਹ ਇਹਨੂੰ ਮਾਰੀ ਨਾ, ਇਹਦੇ ਉੱਤੇ ਰਹਿਮਤ ਕਰ ਦੇਈਂ, ਮਿਹਰ ਦੀ ਨਜ਼ਰ ਕਰ ਦੇਈਂ, ਇਹ ਤੇਰੇ ਕੋਲੋਂ ਹਾਰ ਜਾਏ, ਹਾਰ ਖਾ ਕੇ ਵਾਪਸ ਆ ਜਾਏ, ਪਰ ਪਾਤਸ਼ਾਹ ਇਹਨੂੰ ਮਾਰੀ ਨਾ। ਇਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਪਹੁੰਚਿਆ ਹੈ। ਇਹਨੇ ਜਾ ਕੇ ਜੰਗ ਦੇ ਵਾਸਤੇ ਲਲਕਾਰਿਆ। ਗੁਰੂ ਕੇ ਸਿੱਖ ਪਹਿਲਾਂ ਹੀ ਤਿਆਰ ਬਰ ਤਿਆਰ ਬੈਠੇ ਨੇ। ਨਗਾਰਿਆਂ ਉੱਤੇ ਚੋਟਾਂ ਵੱਜ ਗਈਆਂ ਮੈਦਾਨੇ ਜੰਗ ਦੀਆਂ। ਮੈਦਾਨੇ ਜੰਗ ਦੀ ਸ਼ੁਰੂਆਤ ਹੋ ਗਈ ਹੈ। ਇੱਕ ਦਿਨ ਜੰਗ ਦਾ ਨਿਕਲਿਆ, 2 ਦਿਨ ਨਿਕਲਿਆ, 3 ਦਿਨ ਨਿਕਲ ਗਏ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਫੌਜਾਂ ਲੈ ਕੇ ਗਿਆ ਹੈ। ਤੇ ਕੁਦਰਤੀ ਗੱਲ ਹੈ, ਜਦੋਂ ਮੈਦਾਨੇ ਜੰਗ ਦੇ ਵਿੱਚ ਸੂਰਮੇ ਉਤਰਦੇ ਨੇ, ਉਧਰੋਂ ਵੀ ਸੂਰਮੇ ਨੇ, ਇੱਧਰ ਵੀ ਸੂਰਮੇ ਨੇ, ਨੁਕਸਾਨ ਦੋਨਾਂ ਪਾਸਿਆਂ ਤੋਂ ਹੁੰਦਾ ਹੈ। ਪਰ ਵੱਖਰੀ ਗੱਲ ਕਿ ਗੁਰੂ ਸਾਹਿਬ ਜੀ ਦੇ ਮੈਦਾਨੇ ਜੰਗ ਦੇ ਵਿੱਚ ਨਿਤਰਨ ਵਾਲੇ ਗੁਰੂ ਸਿੱਖ ਜਿਹੜੇ ਨੇ, ਉਹ ਜਾਨਾਂ ਕੁਰਬਾਨ ਕਰ ਦਿੰਦੇ ਨੇ, ਪਰ ਕਦੇ ਮੈਦਾਨੇ ਜੰਗ ਤੋਂ ਵਾਪਸ ਨਹੀਂ ਆਏ। ਮੈਂ ਬੜੀ ਵਾਰੀ ਇਹ ਬੇਨਤੀ ਕਰਦਾ, ਜਿਹੜੇ ਫੌਜਾਂ ਚੜਾ ਕੇ ਆਉਂਦੇ ਸਨ ਵੱਡੀ ਗਿਣਤੀ ਦੇ ਵਿੱਚ, ਜਿਹਦੀ ਕਮਾਨ ਹੇਠ ਜੰਗ ਲੜੀ ਜਾਂਦੀ ਸੀ, ਜੇਕਰ ਉਹ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤੇ ਬਾਕੀ ਫੌਜਾਂ ਭੱਜ ਜਾਂਦੀਆਂ ਸੀ, ਭਾਵੇਂ ਕਿੰਨੀ ਵੀ ਵੱਡੀ ਗਿਣਤੀ ਕਿਉਂ ਨਾ ਹੋਵੇ, ਕਿੰਨੀ ਵੀ ਵੱਡੀ ਗਿਣਤੀ ਨਾ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਜਿਹੜੇ ਮੈਦਾਨੇ ਜੰਗ ਦੇ ਵਿੱਚ ਲੜਦੇ ਨੇ, ਇੱਥੇ ਜਿਵੇਂ ਜਿਵੇਂ ਸਿੱਖਾਂ ਦੀਆਂ ਸ਼ਹੀਦੀਆਂ ਪੈਂਦੀਆਂ, ਜਿਹੜੇ ਬਚੇ ਹੋਏ ਸਿੱਖ ਨੇ, ਉਹਨਾਂ ਦਾ ਖੂਨ ਖੋਲਦਾ, ਉਹ ਹੋਰ ਤੇਜ਼ੀ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਲੜਦੇ ਨੇ। ਕਦੇ ਵਿਚਾਰ ਕੇ ਦੇਖਿਓ, ਜਿਹੜਾ ਤੀਰ ਚਮਕੌਰ ਦੀ ਗੜੀ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨੇ ਸੂਬੇ ਸਰਹੰਦ ਦੇ ਵੱਲ ਬਖਸ਼ਿਆ ਸੀ ਨਾ, ਜੇ ਕਿਤੇ ਉਹ ਤੀਰ ਕਿਤੇ ਸੂਬੇ ਸਰਹੰਦ ਨੂੰ ਵਿੰਨ ਜਾਂਦਾ ਨਾ, ਤੇ ਅੱਜ ਦੁਨੀਆ ਦੀ ਰਵਾਨਗੀ ਕੁਝ ਹੋਰ ਹੋਣੀ ਸੀ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਰਾ ਕੁਝ ਕਰਨ ਕਰਾਉਣ ਵਾਲੇ ਆਪ ਹੀ ਨੇ। ਜੇ ਉਹ ਚਾਹੁੰਦੇ ਤੇ ਇੱਕ ਨਜ਼ਰ ਮਿਹਰ ਦੀ ਦੇਖਦੇ। ਆ ਹੁਣੇ ਤੁਸੀਂ ਦੇਖਿਓ ਇਹਦੇ ਉੱਤੇ ਕੀ ਬਣਿਆ। ਇਹਦੇ ਨਾਲ 3 ਦਿਨ ਦੀ ਜੰਗ ਹੋ ਗਈ। ਇਹ ਆਪਣੇ ਮਨ ਦੇ ਵਿੱਚ ਵਿਉਂਤਾਂ ਕੱਢਦਾ ਹੈ। ਸੈਦ ਖਾਂ ਕਹਿੰਦਾ, ਇੰਨੀ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਹੋ ਗਿਆ, ਕਿਉਂ ਨਾ ਹੋਵੇ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਲਲਕਾਰਾਂ, ਉਹ ਮੈਦਾਨੇ ਜੰਗ ਦੇ ਵਿੱਚ ਆ ਕੇ ਮੇਰੇ ਨਾਲ ਮੈਦਾਨੇ ਜੰਗ ਦੇ ਵਿੱਚ ਲੜ ਕੇ ਅਸੀਂ ਜੰਗ ਦਾ ਫੈਸਲਾ ਕਰ ਲਈਏ। ਅੱਜ ਜਿਹੜਾ ਅਗਲਾ ਦਿਨ ਆਇਆ ਨਾ, ਇਹ ਆਪਣੇ ਮਨ ਦੇ ਵਿੱਚ ਵਿਉਂਤਾਂ ਸੋਚ ਰਿਹਾ। ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਤਿਆਰ ਬਰ ਤਿਆਰ ਹੋ ਕਰਕੇ
ਅੱਜ ਸਿੱਖਾਂ ਨੂੰ ਕਹਿਣ ਲੱਗੀ, ਅੱਜ ਫਿਰ 5 ਪਿਆਰੇ ਸਾਹਿਬਾਨਾਂ ਦੇ ਕੋਲੋਂ ਆਗਿਆ ਮੰਗੀ ਕਿ ਅੱਜ ਮੈਦਾਨੇ ਜੰਗ ਦੇ ਵਿੱਚ ਮੈਂ ਨਿਤਰਨਾ ਹੈ। ਅੱਜ ਮੈਦਾਨੇ ਜੰਗ ਵਿੱਚ ਨਿਤਰਨ ਦਾ ਕਾਰਨ ਇਹ ਹੈ ਕਿ ਸੈਦ ਖਾਂ ਜਿਹਦੀ ਕਮਾਨ ਹੇਠ ਫੌਜਾਂ ਲੜ ਰਹੀਆਂ, ਉਹਦੇ ਮਨ ਦੀ ਭਾਵਨਾ ਹੈ ਕਿ ਅੱਜ ਉਹ ਵੀ ਮੈਦਾਨੇ ਜੰਗ ਦੇ ਵਿੱਚ ਆਵੇ ਤੇ ਅੱਜ ਮੈਂ ਵੀ ਮੈਦਾਨੇ ਜੰਗ ਦੇ ਵਿੱਚ ਉਤਰਾਂ। ਉਧਰੋਂ ਬੀਬੀ ਨਸੀਰਾਂ ਦੀ ਅਰਦਾਸ ਹੈ, ਯਾਦ ਰੱਖਿਓ। ਇਹ ਜਦੋਂ ਮੈਦਾਨੇ ਜੰਗ ਦੇ ਵਿੱਚ ਉਧਰੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀਆਂ ਸਿੱਖ ਫੌਜਾਂ ਦੇ ਨਾਲ ਆਏ, ਉਧਰੋਂ ਇਹ ਸੈਦ ਖਾਂ ਜਿਹੜਾ ਸੀ ਮੈਦਾਨੇ ਜੰਗ ਦੇ ਵਿੱਚ ਉਤਰਿਆ। ਇਹਨੇ ਉੱਚੀ ਸਾਰੀ ਆਵਾਜ਼ ਮਾਰ ਕੇ ਕਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਹਨੇ ਆਪਣੀ ਭਾਸ਼ਾ ਵਿੱਚ ਕੁਝ ਹੋਰ ਕਿਹਾ ਹੋਵੇਗਾ, ਅੱਜ ਕਿਉਂ ਨਾ ਹੋਵੇ ਮੈਦਾਨੇ ਜੰਗ ਦਾ ਫੈਸਲਾ ਹੋ ਜਾਵੇ, ਤੁਸੀਂ ਵੀ ਮੈਦਾਨੇ ਜੰਗ ਵਿੱਚ ਆਓ, ਅੱਜ ਮੈਂ ਵੀ ਮੈਦਾਨੇ ਜੰਗ ਦੇ ਵਿੱਚ ਨਿਤਰਨਾ, ਆਪਾਂ ਦੋਨੋਂ ਮੈਦਾਨੇ ਜੰਗ ਦੇ ਵਿੱਚ ਅੱਜ ਫੈਸਲਾ ਕਰ ਲਈਏ। ਸਤਿਗੁਰਾਂ ਨੇ ਕਿਰਪਾ ਕੀਤੀ, ਮੈਦਾਨੇ ਜੰਗ ਦੇ ਵਿੱਚ ਨਿਤਰੇ। ਇਹ ਦੂਰ ਤੋਂ ਘੋੜਾ ਭਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲ ਨੂੰ ਆਇਆ ਹੈ। ਇਹਨੇ ਹੱਥ ਦੇ ਵਿੱਚ ਸ਼ਮਸ਼ੀਰ ਫੜੀ ਹੋਈ ਏ। ਜਿਹੜੇ ਗੱਤਕੇ ਦਾ ਕੁਝ ਕੋਈ ਇਤਿਹਾਸ ਜਾਣਦੇ ਉਹਨਾਂ ਨੂੰ ਇਹ ਗੱਲ ਦਾ ਪਤਾ ਹੋਵੇਗਾ ਕਿ ਜਦੋਂ ਦੂਜੇ ਉੱਤੇ ਵਾਰ ਕਰਨਾ ਹੁੰਦਾ ਹੈ ਨਾ, ਵਾਰ ਕਰਨ ਤੋਂ ਪਹਿਲਾਂ ਉਹਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਣੀਆਂ ਪੈਂਦੀਆਂ। ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਫਿਰ ਜਿਹੜਾ ਸ਼ਸਤਰ ਦਾ ਵਾਰ ਕੀਤਾ ਜਾਂਦਾ ਹੈ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਇਹ ਸਾਹਮਣੇ ਆਇਆ, ਇਹਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੇਤਰਾਂ ਦੇ ਨਾਲ ਨੇਤਰ ਮਿਲਾਏ। ਹੁਣ ਬਾਣੀ ਦਾ ਸ਼ਬਦ ਪੜ੍ਹਦੇ ਹੋ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰਿ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ। ਗੁਰੂ ਤੇ ਐਸਾ ਹੈ, ਭਾਵੇਂ ਕੋਈ ਕਿੱਡਾ ਵੀ ਵੱਡਾ ਯੋਧਾ ਚੜ ਕੇ ਆਇਆ ਨਾ, ਜਿਹਦੇ ਉੱਤੇ ਆਪਣੀ ਮਿਹਰ ਦੀ ਨਜ਼ਰ ਕਰ ਦੇਣ, ਉਹਦੀ ਕੀ ਹਿੰਮਤ ਹੈ। ਤਲਵਾਰ ਚਲਾਉਣੀ ਤੇ ਬੜੀ ਦੂਰ ਦੀ ਗੱਲ, ਉਹ ਚੁੱਕ ਵੀ ਸਕੇ, ਕੱਖ ਵੀ ਤਲੋਂ ਚੁੱਕ ਕੇ ਉੱਪਰ ਲੈ ਸਕੇ। ਅੱਜ ਬੀਬੀ ਨਸੀਰਾਂ ਦੀਆਂ ਕੀਤੀਆਂ ਹੋਈਆਂ ਅਰਦਾਸਾਂ ਬੇਨਤੀਆਂ ਜਦੋਂ ਸੈਦ ਖਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਪਹੁੰਚਿਆ, ਇਹਨੇ ਆਪਣਾ ਹੱਥ ਉੱਪਰ ਕੀਤਾ ਸਤਿਗੁਰਾਂ ਦੇ ਉੱਤੇ ਵਾਰ ਕਰਨ ਵਾਸਤੇ। ਸਤਿਗੁਰਾਂ ਦੇ ਨਾਲ ਜਦੋਂ ਨੇਤਰਾਂ ਦੇ ਨਾਲ ਨੇਤਰ ਮਿਲਾਏ ਤੇ ਇਹਦਾ ਹੱਥ ਉੱਪਰ ਹੀ ਰਹਿ ਗਿਆ, ਨਾ ਥੱਲੇ ਆ ਰਿਹਾ ਤੇ ਨਾ ਪਿੱਛੇ ਜਾ ਰਿਹਾ। ਇਤਿਹਾਸ ਕਹਿੰਦਾ ਇਹਦੀ ਬਾਹ ਜਿਹੜੀ ਸੀ ਇੱਥੇ ਦੀ ਇੱਥੇ ਹੀ ਰਹਿ ਗਈ। ਸਤਿਗੁਰਾਂ ਨੇ ਐਸੀ ਕਿਰਪਾ ਕਰ ਦਿੱਤੀ, ਇਹ ਬੜੀ ਜਲਦੀ ਦੇ ਨਾਲ ਘੋੜੇ ਤੋਂ ਥੱਲੇ ਉਤਰਿਆ। ਇਹਨੇ ਆ ਕੇ ਸਤਿਗੁਰਾਂ ਦੇ ਚਰਨ ਪਕੜ ਲਏ। ਕਹਿੰਦਾ, ਪਾਤਸ਼ਾਹ ਵਾਰ ਨਾ ਕਰਿਓ, ਗੋਬਿੰਦ ਸਿੰਘ ਦਾ ਕਤਲ ਹੋ ਜਾਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਫੜ ਕੇ ਕਹਿੰਦਾ ਪਾਤਸ਼ਾਹ ਵਾਰ ਨਾ ਕਰਿਓ, ਗੋਬਿੰਦ ਸਿੰਘ ਦਾ ਕਤਲ ਹੋ ਜਾਏਗਾ। ਹੁਣ ਇਹਦੇ ਕੋਲ ਇੱਕ ਤੋਂ ਇੱਕ ਯੋਧੇ ਬੈਠੇ ਨੇ, ਅਜੇ ਭਾਵੇਂ ਕਿੰਨੇ ਮੌਤ ਦੇ ਘਾਟ ਉਤਾਰ ਦਿੱਤੇ 3 ਦਿਨਾਂ ਦੇ ਵਿੱਚ। ਉਹ ਫੌਜਾਂ ਭੱਜੀਆਂ ਆਈਆਂ, ਕੋਈ 94 ਜਵਾਨ ਭੱਜੇ ਆਏ ਵੀ ਇਹ ਤਾਂ ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮੈਦਾਨੇ ਜੰਗ ਵਿੱਚ ਲੜਨ ਵਾਸਤੇ ਗਿਆ ਸੀ, ਇਹ ਤਾਂ ਸਤਿਗੁਰਾਂ ਦੇ ਚਰਨ ਫੜ ਬੈਠਾ। ਜਦੋਂ ਉਹ ਆਏ ਦੇਖਿਆ ਤੇ ਇੱਕ ਰਾਸੀ ਕਹੀ ਜਾ ਰਿਹਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਤਿਗੁਰੂ ਜੀ ਵਾਰ ਨਾ ਕਰਿਓ, ਗੋਬਿੰਦ ਸਿੰਘ ਦਾ ਕਤਲ ਹੋ ਜਾਏਗਾ। ਕਹਿੰਦੇ, ਭਲਿਆ ਕਤਲ ਗੋਬਿੰਦ ਸਿੰਘ ਦਾ ਨਹੀਂ, ਗੋਬਿੰਦ ਸਿੰਘ ਵਾਰ ਕਰੇਗਾ ਤੇ ਕਤਲ ਤੇਰਾ ਹੋਣਾ। ਕਹਿੰਦੇ, ਨਹੀਂ ਭਲਿਓ, ਵਾਰ ਵੀ ਗੁਰੂ ਗੋਬਿੰਦ ਸਿੰਘ ਕਰੇਗਾ ਤੇ ਕਤਲ ਵੀ ਗੁਰੂ ਗੋਬਿੰਦ ਸਿੰਘ ਦਾ ਹੋਣਾ। ਕਹਿੰਦਾ, ਮੈਂ ਜਦੋਂ ਉੱਥੋਂ ਘੋੜਾ ਭਜਾ ਕੇ ਨਿਕਲਿਆ ਸੀ, ਉਦੋਂ ਮੈਂ ਸੈਦ ਖਾਂ ਸੀ। ਮੇਰੇ ਹਿਰਦੇ ਦੇ ਅੰਦਰ ਹੰਕਾਰ ਬੋਲਦਾ ਸੀ, ਮੇਰੀਆਂ ਤਾਕਤਾਂ ਬੋਲਦੀਆਂ ਸੀ, ਮੇਰੀਆਂ ਬਾਹਾਂ ਦਾ ਬਲ ਬੋਲਦਾ ਸੀ। ਪਰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਜ ਪਹਿਲੀ ਵਾਰੀ ਦਿਦਾਰੇ ਕੀਤੇ ਨੇ, ਇਹਨਾਂ ਵਰਗਾ ਕੋਈ ਪਾਤਸ਼ਾਹ ਨਹੀਂ ਹੋ ਸਕਦਾ। ਹੁਣ ਮੇਰੇ ਹਿਰਦੇ ਦੇ ਅੰਦਰ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਹੁਣ ਸੈਦ ਖਾਂ ਦੀ ਮੌਤ ਹੋ ਚੁੱਕੀ ਹੈ, ਸੈਦ ਖਾਂ ਦੀ ਮੌਤ ਹੋ ਚੁੱਕੀ ਹੈ। ਤਾਂ ਮੈਂ ਬੇਨਤੀ ਕਰ ਰਿਹਾ, ਪਾਤਸ਼ਾਹ ਵਾਰ ਨਾ ਕਰਿਓ, ਗੋਬਿੰਦ ਸਿੰਘ ਦਾ ਕਤਲ ਹੋ ਜਾਏਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੀਲੇ ਤੇ ਸ਼ਾਹ ਸਵਾਰ ਥੱਲੇ ਉਤਰੇ, ਸੈਦ ਖਾਂ ਨੂੰ ਗਲ ਵਕੜੀ ਦੇ ਵਿੱਚ ਲਿਆ
ਜਦੋਂ ਸੈਦ ਖਾਨ ਨੂੰ ਗੱਲ ਵਕੜੀ ਦੇ ਵਿੱਚ ਲਿਆ, ਬਾਕੀ ਫੌਜਾਂ ਭੱਜ ਗਈਆਂ ਸਾਰੀਆਂ। ਜਿਹਦੀ ਕਮਾਨ ਹੇਠ ਲੜਦੇ ਸੀ ਉਹੀ ਗੁਰੂ ਚਰਨਾਂ ਦੇ ਨਾਲ ਪ੍ਰੀਤ ਕਰਨ ਵਾਲਾ ਬਣ ਗਿਆ ਤੇ ਬਾਕੀ ਫੌਜਾਂ ਦੀ ਕੀ ਮਜਾਲ ਹੈ ਕਿ ਅਸੀਂ ਲੜ ਸਕੀਏ। ਇਹ ਬੜੇ ਲੰਬੇ ਸਮੇਂ ਦੇ ਤੱਕ ਗੁਰੂ ਸਾਹਿਬ ਜੀ ਤੋਂ ਬਾਅਦ ਦੇ ਵਿੱਚ ਵੀ ਇਹ ਕਾਬਲ ਕਧਾਰ ਤੱਕ ਜਦੋਂ ਗੁਰੂ ਕੇ ਪਿਆਰੇ ਸਿੱਖ ਇਧਰਲੇ ਪਾਸੇ ਆਪਣਾ ਰਾਜ ਪ੍ਰਗਟ ਕੀਤਾ ਜਾ ਕੇ, ਉੱਥੇ ਕਾਬਲ ਕੰਧਾਰ ਵੱਲ ਜਾ ਕੇ ਇਹਦੀ ਮੌਤ ਹੁੰਦੀ ਹੈ। ਬੜਾ ਗੁਰੂ ਸਾਹਿਬ ਦੇ ਚਰਨਾਂ ਦਾ ਇਹ ਪ੍ਰੀਤਵਾਨ ਬਣ ਕੇ ਰਿਹਾ। ਸੋ ਕਹਿਣ ਤੋਂ ਭਾਵ ਇਹ ਸੀ ਕਿ ਗੁਰੂ ਐਸਾ ਹੈ ਜਿਹਦੇ ਵੱਲ ਇੱਕ ਆਪਣੀ ਮਿਹਰ ਦੀ ਦ੍ਰਿਸ਼ਟ ਕਰ ਦਵੇ। ਉਹ ਭਾਵੇਂ ਤੁਰਕ ਸੀ, ਗੁਰੂ ਤੇ ਹਮਲਾ ਕਰਨ ਵਾਸਤੇ ਆਇਆ ਸੀ, ਪਰ ਸਤਿਗੁਰਾਂ ਨੇ ਰਹਿਮਤ ਕਰ ਦਿੱਤੀ। ਪਰ ਅੱਜ ਅਸੀਂ ਵੀ ਬੈਠੇ ਹਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸਾਰੇ, ਤੇ ਜਿੱਦਣ ਅਸੀਂ ਗੁਰੂ ਚਰਨਾਂ ਨਾਲ ਪ੍ਰੀਤ ਕਰਨ ਲੱਗ ਜਾਵਾਂਗੇ ਨਾ, ਤੇ ਗੁਰੂ ਤੇ ਗੱਲ ਵਕੜੀ ਵਿੱਚ ਲੈਣ ਵਾਸਤੇ ਤਿਆਰ ਬੈਠਾ ਹੈ। ਉਹਨੇ ਪਤਾ ਨਹੀਂ ਕਿੰਨੇ ਕੁ ਗੁਨਾਹ ਕੀਤੇ ਸੀ ਪਹਿਲਾਂ। ਆਪਣੀ ਭੈਣ ਦੇ ਕੋਲ ਕਿਸ ਤਰ੍ਹਾਂ ਦੇ ਬੋਲ ਬੋਲ ਕੇ ਆਇਆ ਸੀ ਵੀ ਗੁਰੂ ਗੋਬਿੰਦ ਸਿੰਘ ਦਾ ਸਿਰ ਲੈ ਕੇ ਆਵਾਂਗਾ, ਤੈਨੂੰ ਦਰਸ਼ਨ ਕਰਵਾ ਕੇ ਜਾਵਾਂਗਾ। ਬਹੁਤ ਵੱਡੇ ਗੁਨਾਹ ਵਾਲੀਆਂ ਗੱਲਾਂ ਜਿਹੜੀਆਂ ਸੀ, ਕੰਮ ਜਿਹੜੇ ਸੀ ਕੀਤੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇੱਕ ਹੀ ਵਾਰ ਨਜ਼ਰ ਦਾ ਪਾਤਰ ਬਣ ਗਿਆ ਤੇ ਗੁਰੂ ਸਾਹਿਬ ਜੀ ਨੇ ਸਾਰੇ ਔਗਣ ਬਖਸ਼ ਕੇ ਆਪਣੀ ਗੱਲ ਵਕੜੀ ਵਿੱਚ ਲੈ ਲਿਆ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ, ਅਸੀਂ ਵੀ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ ਦੇ ਪਾਤਰ ਬਣ ਜਾਈਏ ਤੇ ਗੁਰੂ ਚਰਨਾਂ ਵਿੱਚ ਜੁੜ ਕੇ ਸਾਡਾ ਗੁਰੂ ਚਰਨਾਂ ਦੇ ਵਿੱਚ ਆਇਆ ਹੋਇਆ ਪ੍ਰਵਾਨ ਹੋ ਜਾਏ। ਇੱਕ ਰਸ ਗੁਰੂ ਚਰਨਾਂ ਦੇ ਨਾਲ ਪ੍ਰੀਤ ਕਰਕੇ ਆਪਣੇ ਮਨ ਦੇ ਵਿੱਚੋਂ ਦਵੈਸ਼ ਦੀਆਂ ਭਾਵਨਾ ਜਿਹੜੀਆਂ ਨੇ ਉਹਨਾਂ ਨੂੰ ਖਤਮ ਕਰ ਦਈਏ। ਘੱਟੋ ਘੱਟ ਜਦੋਂ ਗੁਰੂ ਕੋਲ ਬੈਠੇ ਹੁੰਦੇ ਆ, ਇੱਥੇ ਤਨਾਇਤਾਂ ਦੇ ਕਰਮ ਕਰਿਆ ਕਰੀਏ, ਤਾਂ ਜੋ ਕਿ ਆਪਾਂ ਗੁਰੂ ਚਰਨਾਂ ਦੇ ਵਿੱਚ ਆਏ ਹੋਏ ਗੁਰੂ ਨੂੰ ਸਮਰਪਿਤ ਹੋ ਸਕੀਏ। ਹੋਈਆਂ ਬੇਅੰਤ ਭੁੱਲਾਂ ਤੋਂ ਖਿਮਾ ਬਖਸ਼ਣੀ ਜੀ। ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ